अकाल जी सारिਆਂ ਨੂੰ। मैं रवनीत बराड़ स्पोक्सपर्सन भारतीय किसान यूनियन कादियां। जिवें कि तुसीं जाणदे हो साडा संघर्ष 46वें दिन च एंटर कर चुकिया तो बेसिक परपस इत्थे तुहाडे मूहरे आउण दा जां तुहाडे नाल रूबरू होण दा मेरा ये सीगा कि तुहानूं दस्सिया जावे भी क्यों वड्डे जिहड़े घराणे है कॉपरेट्स है बिग कॉपरेट्स है वो क्यों ये चाहुंदे आ फार्म लॉस। ਇਹਦੇ ਪਿੱਛੇ ਕੋਈ ਇੱਕ ਦਿਨ ਦੀ ਪਲੈਨਿੰਗ ਨਹੀਂ ਜਾਂ ਕੋਈ ਇਹ ਨਹੀਂ ਕਹਿ ਸਕਦੇ ਵੀ ਉਹ ਤੁਸੀਂ ਕਿਸੇ ਉਹਨਾਂ ਦੇ ਆਲ ਆਫ ਸਡਨ ਉਹਨਾਂ ਦੇ ਮਾਈਂਡ 'ਚ ਆ ਗਿਆ। ਉਹਨਾਂ ਨੇ ਦੇਖਿਆ ਵੀ ਇਹ ਜਿਹੜਾ 21 ਸੈਕਟਰ ਹੈ ਜਿਹਦੇ ਸਮਾਲ ਐਂਟਰਪ੍ਰੈਨਿਓਰਸ ਹੁੰਦੇ ਆ। ਸਮਾਲ ਐਂਟਰਪ੍ਰੈਨਿਓਰਸ ਕਿਹੜੇ ਹੁੰਦੇ ਆ, ਜਿਵੇਂ ਕਿ ਤੁਸੀਂ ਲਾ ਲਓ ਇੱਕ ਤਾਂ ਪਹਿਲਾਂ ਫਾਰਮਰ ਖੁਦ ਵੀ ਇੱਕ ਐਂਟਰਪ੍ਰੈਨਿਓਰ ਹੈ ਬਹੁਤ ਛੋਟੇ ਲੈਵਲ ਦਾ, ਫਿਰ ਇੱਕ ਛੋਟਾ ਦੁਕਾਨਦਾਰ ਹੈ ਜੀ ਪੈਸਟੀਸਾਈਡ ਵਾਲਾ, ਫਿਰ ਉਹਦੇ ਨਾਲ ਜਿਹੜੇ ਛੋਟੇ ਐਂਟਰਪ੍ਰੈਨਿਓਰ ਹੈ ਜਿਵੇਂ ਕਿਸੇ ਦੇ ਕੋਲੇ 2 ਟਰੈਕਟਰ ਟਰਾਲੀਆਂ ਜੀ ਜਾਂ ਕਿਸੇ ਕੋਲੇ ਕੋਈ ਇੱਕ ਟਰੱਕ ਹੈ ਜੀ। ਇਹ ਸਾਰੇ ਬੰਦੇ ਕੋਰਿਲੇਟਡ ਹੈ ਇਹਦੇ ਨਾਲ। ਜਦੋਂ ਇਹ ਬਿਗ ਕਾਰਪੋਰੇਟਸ ਨੇ ਦੇਖਿਆ ਕਿ ਇਹਦੇ ਵਿੱਚ ਇੱਕ ਬੜਾ ਵੱਡਾ ਗੈਪ ਹੈ, ਇੱਕ ਫਾਰਮਰ ਦੇ ਪ੍ਰੋਡਿਊਸ ਤੋਂ ਲੈ ਕੇ ਜਿਹੜੇ ਐਂਡ ਯੂਜ਼ਰ ਤੱਕ ਕਿਚਨ ਤੱਕ, ਫਾਰਮ ਟੂ ਕਿਚਨ ਇੱਕ ਕਹਿੰਦੇ ਇਹਨੂੰ, ਹਨਾ, ਇਹਦਾ ਵਰਡ ਹੈ ਜੀ। ਫਾਰਮ ਟੂ ਕਿਚਨ ਇੱਕ ਬੜਾ ਵੱਡਾ ਗੈਪ ਹੈ ਜਿਹਦੇ ਵਿੱਚ ਕਾਫੀ ਇੰਟਰਮੀਡੀਏਟਰਸ ਹੈ, ਜਿਹਦੇ ਵਿੱਚ ਕੋਈ ਟਰਾਂਸਪੋਰਟਰ ਹੈ, ਕੋਈ ਹੋਲਸੇਲਰ ਹੈ, ਰਿਟੇਲਰ ਹੈ। ਇਹ ਕਹਿੰਦੇ ਵੀ ਕਿਉਂ ਨਾ ਅਸੀਂ ਇਹ ਸਾਰਾ ਕੁਝ ਆਪਦੇ ਅੰਡਰ ਕੀਤਾ ਜਾਵੇ। ਕਿਉਂਕਿ ਦੇਖੋ ਜੇ ਇੱਕ ਉਹਨਾਂ ਨੇ ਟਰਾਂਸਪੋਰਟਰ ਹੈ, ਸਪੋਜ਼ ਟਰਾਂਸਪੋਰਟ ਵੀ ਉਹਨਾਂ ਦੀ ਆਪਦੀ ਹੋਗੀ, ਉਹਨਾਂ ਦੀ ਹੋਲਸੇਲ ਵੀ ਆਪਦੀ ਹੋਗੀ ਤੇ ਰਿਟੇਲ ਵੀ ਆਪਦੀ ਹੋਗੀ। ਦੇਖੋ ਕਿੱਥੋਂ ਲੈ ਕੇ ਕਿੱਥੋਂ ਤੱਕ ਉਹਨਾਂ ਨੇ ਬਿਜ਼ਨਸ ਕੰਟਰੋਲ ਕੀਤਾ। ਜਿੱਦੋਂ ਤੱਕ ਫਾਰਮਰ ਤੋਂ ਲੈ ਲਿਆ ਤੇ ਉਧਰ ਐਂਡ ਯੂਜ਼ਰ ਤੱਕ ਕਿਚਨ ਤੱਕ ਨਹੀਂ ਪਹੁੰਚਦਾ, ਸਾਰਾ ਕੁਝ ਉਹਨਾਂ ਦਾ। ਫਿਰ ਉਹਨਾਂ ਨੇ ਕੀ ਕਰਨਾ ਹੈ, ਇਹਦੇ ਵਿੱਚ ਇੱਕ ਇਸ ਫਾਰਵਰਡ ਜਿਹਨੂੰ ਕਹਿ ਸਕਦੇ ਹਾਂ ਆਪਾਂ, ਜਿਹੜੇ ਇਹਦੇ ਚ ਇੰਟੀਗ੍ਰੇਸ਼ਨ ਹੈ, ਇੱਕ ਜਿਹੜੀ ਬੈਕਵਰਡ ਇੰਟੀਗ੍ਰੇਸ਼ਨ ਹੈ ਉਹਦੀ ਇਹ ਕੀ ਹੈ। ਸਪੋਜ਼ ਉਹ ਆਉਂਦੇ ਆ ਆਪਣੇ ਕੰਟਰੈਕਟ ਫਾਰਮਿੰਗ ਚ ਆਉਂਦੇ, ਕੰਟਰੈਕਟ ਫਾਰਮਿੰਗ ਕਰਦੇ ਹੋ, ਸਪੋਜ਼ 1000 ਏਕੜ ਦਾ ਕੰਟਰੈਕਟ ਲੈਂਦੇ ਆ, ਨੀਅਰ ਬਾਏ ਦਾ ਲੈਂਡ ਇਕੱਠਾ ਕਰਦੇ ਆ, 5-4 ਪਿੰਡਾਂ ਦਾ ਇਕੱਠਾ ਕਰਦੇ ਆ, ਉਹਦੇ ਵਿੱਚ ਫਾਰਮਿੰਗ ਕਰਦੇ ਆ। ਕੀ ਕਰਦੇ ਆ, ਜਦੋਂ ਵੱਡੀ ਕੰਟਰੈਕਟ ਫਾਰਮਿੰਗ ਹੁੰਦੀ ਹੈ, ਜਦੋਂ ਪਰਚੇਸ ਕਰਨਗੇ ਸੀਡਸ ਤੋਂ ਸਟਾਰਟ ਕਰ ਲਓ। ਜੇ ਉਹ ਸੀਡ ਪਰਚੇਸ ਕਰਨਗੇ 1000 ਏਕੜ ਦਾ ਤਾਂ ਉਹਨਾਂ ਨੂੰ ਕਿੰਨਾ ਡਿਸਕਾਊਂਟ ਮਿਲੂਗਾ ਬਲਕ ਦੇ ਪਰਚੇਸਿੰਗ 'ਚ। ਸੇਮ ਫॉर ਫਰਟੀਲਾਈਜ਼ਰ, ਸੇਮ ਫॉर ਪੈਸਟੀਸਾਈਡ। ਹਰ ਚੀਜ਼ ਦਾ ਜਿਹੜੇ ਜਿੰਨੇ ਇਹਦੇ ਨਾਲ ਕੋਰਿਲੇਟਡ ਬੰਦੇ ਆ ਉਹ ਹਰ ਬੰਦੇ ਨੂੰ ਉਹ ਖਤਮ ਕਰ ਰਹੇ ਆ। ਤੁਹਾਨੂੰ ਇਹ ਲੱਗਦਾ ਹੋਣਾ ਵੀ ਇੱਥੇ ਇਕੱਲਾ ਕਿਸਾਨ ਬੈਠਾ ਹੈ ਤੇ ਕਿਸਾਨ ਦੀ ਉਹ ਜ਼ਮੀਨ ਹੜਪਣਾ ਚਾਹੁੰਦੇ ਆ ਜਾਂ ਕਿਸਾਨ ਤਾਂ ਦੁਖੀ ਹੈ। ਅਸੀਂ ਇਸ ਗੱਲੋਂ ਦੁਖੀ ਨਹੀਂ ਜੀ, ਸਾਡਾ ਸਾਰਾ ਭਾਈਚਾਰਾ ਇਹਦੇ ਨਾਲ ਮਰਦਾ ਹੈ। ਸਾਡਾ ਹਰ ਬੰਦਾ ਜਿਹੜਾ ਸਮਾਲ ਬਿਜ਼ਨਸ ਹੈ ਉਹ ਹਰ ਇਹਦੇ ਨਾਲ ਅਫੈਕਟ ਹੋ ਰਿਹਾ। ਜਿਹੜਾ ਇੱਕ ਦਵਾਈਆਂ ਦੀ ਦੁਕਾਨ ਕਰਦਾ ਜਾਂ ਪੈਸਟੀਸਾਈਡ ਦੀ ਦੁਕਾਨ ਕਰਦਾ ਜਾਂ ਫਰਟੀਲਾਈਜ਼ਰ ਦੀ ਦੁਕਾਨ ਕਰਦਾ ਜਾਂ ਸੀਡ ਦੀ ਦੁਕਾਨ ਕਰਦਾ, ਉਹ ਬੰਦਾ ਫਾਰਮਿੰਗ ਨਾਲ ਸਿੱਧਾ ਰਿਲੇਟਡ ਹੈ। ਕਿਉਂਕਿ ਜੇ ਫਾਰਮਿੰਗ ਹੋਊਗੀ, ਛੋਟਾ ਫਾਰਮਰ ਹੈ 2, 4, 5, 7 ਕਿੱਲਿਆਂ ਵਾਲਾ, ਉਹਦਾ ਕੋਈ ਮਾੜਾ ਮੋਟਾ ਲੈਣ ਦੇਣ ਵੀ ਹੋ ਜਾਂਦਾ, 2-4 ਮਹੀਨੇ ਪੈਸੇ ਵੀ ਅੱਗੇ ਪਿੱਛੇ ਕਰ ਲੈਂਦੇ ਆ, ਤਾਂ ਉਹ ਉਹਦੇ ਕੋਲੇ ਜਾਂਦਾ, ਉਹਦਾ ਵਿਹਾਰ ਬਣ ਜਾਂਦਾ, ਉਹਦਾ ਇੱਕ ਪਰਿਵਾਰਕ ਵਿਹਾਰ ਬਣਦਾ। ਜਦੋਂ ਵੱਡੇ ਕਾਰਪੋਰੇਟਸ ਆ ਗਏ, ਬਿਗ ਬਿਜ਼ਨੈਸਿਸ ਆ ਗਏ ਇਹਦੇ ਵਿੱਚ, ਤਾਂ ਉਹ ਸਾਰਾ ਬੰਦਾ ਹਰ ਵਰਗ ਉਹ ਖਤਮ ਹੋਊਗਾ। ਉਹਦੇ ਨਾਲ ਕੀ ਅੱਗੇ ਕੀ ਹੋਣਾ, ਉਹਦੇ ਨਾਲ ਬੇਰੁਜ਼ਗਾਰੀ ਹੋਰ ਵੱਧ ਜੂਗੀ। ਜਿਹੜੇ ਬੱਚੇ ਉਹਦੇ ਦੁਕਾਨਦਾਰ ਦੇ ਕੋਈ ਕਿਸੇ ਸਕੂਲ 'ਚ ਐਜੂਕੇਸ਼ਨ ਲੈ ਰਹੇ ਆ, ਪ੍ਰਾਈਵੇਟ ਸਕੂਲ 'ਚ, ਉਹਨੂੰ ਬਹੁਤ ਦਿੱਕਤ ਆਊਗੀ। ਨਵਾਂ ਬਿਜ਼ਨਸ ਜਿਹੜਾ ਉਹ ਕਈ ਸਾਲਾਂ ਤੋਂ ਕਰਦਾ ਆ ਰਿਹਾ, ਅੱਜ ਤੋਂ 25, 30, 35 ਸਾਲ ਤੋਂ ਪਹਿਲਾਂ ਉਹਦੇ ਬਜ਼ੁਰਗ ਕਰਦੇ ਸੀ, ਫਿਰ ਉਹ ਦੁਕਾਨ ਤੇ ਬੈਠ ਗਿਆ। ਜੇ 2 ਭਰਾ ਸੀ ਤਾਂ 2 ਦੁਕਾਨਾਂ ਕਰ ਲਈਆਂ। ਉਹ ਹਰ ਬੰਦਾ ਇੰਪੈਕਟ ਉਹਦੇ ਹਰ ਬੰਦੇ ਤੇ ਇਹਦਾ ਹੋਣਾ ਹੈ। ਸੈਕਿੰਡ ਗੱਲ ਇਹਦੀ ਇਹ ਹੈ ਜੀ ਵੀ ਜਦੋਂ ਕਿਤੇ ਇਹਨਾਂ ਨੇ ਦੇਖਿਆ ਵੀ ਇਹ ਪੰਜਾਬ ਦੇ ਵਿੱਚ ਜਦੋਂ ਕਰੋਨਾ ਦਾ ਟਾਈਮ ਆਇਆ, ਕਰੋਨਾ ਦੇ ਟਾਈਮ 'ਚ ਹਰ ਜਿਹੜਾ ਸੀਗਾ ਸੈਕਟਰ ਉਹਦੇ ਵਿੱਚ ਇੱਕ ਬੜੀ ਡਿਕਰੀਜ਼ ਆਈ, ਉਹ ਡਿਕਲਾਈਨ ਆਇਆ। ਪਰ ਇਹਨਾਂ ਨੇ ਸਟੱਡੀ ਕੀਤਾ ਵੀ ਐਗਰੀਕਲਚਰ ਇਜ਼ ਦੀ ਓਨਲੀ ਸੈਕਟਰ ਜਿਹਦੇ ਵਿੱਚ ਗਰੋਥ ਆਈ। ਸੋ ਇਹਨਾਂ ਨੇ ਡਿਸਾਈਡ ਕੀਤਾ ਕਿਉਂ ਨਾ ਆਪਾਂ ਐਗਰੀਕਲਚਰ ਵਾਲਾ ਸੈਕਟਰ ਟੈਪ ਕਰੀਏ। ਤਾਂ ਸਡਨਲੀ ਇਹਨਾਂ ਨੇ ਲਾਜ਼ ਫਰੇਮ ਹੋਏ ਜਾਂ ਉਹ ਹੋਏ। ਇਹਨਾਂ ਨੇ ਫਿਰ ਕਰੋਨਾ ਦੇ ਟਾਈਮ ਦੇ ਵਿੱਚ ਇਹਨਾਂ ਨੂੰ ਲਿਆਂਦਾ ਗਿਆ ਤਾਂ ਇਹਨਾਂ ਇੰਪਲੀਮੈਂਟ ਕੀਤਾ ਗਿਆ। ਫਿਰ ਇਹਨਾਂ ਨੇ ਸੋਚਿਆ ਵੀ ਇਹਨਾਂ ਦਾ ਆਪਸੀ ਭਾਈਚਾਰਾ ਜਿਹੜਾ ਅਸੀਂ ਤੋੜਿਆ, ਕਦੇ ਪਾਣੀਆਂ ਤੇ ਤੋੜਤਾ, ਕਦੇ ਉਹਨੂੰ ਤੋੜਤਾ ਜੀ ਭਾਸ਼ਾ ਤੇ ਤੋੜਤਾ। ਉਹ ਜਦੋਂ ਇਹ ਫਾਰਮ ਲਾਸ ਆਏ, ਇਹਨਾਂ ਨੇ ਕਿਹਾ ਵੀ ਇਹਨਾਂ ਨੂੰ ਆਪਸ 'ਚ ਕਿਸੇ ਹਿਸਾਬ ਤੇ ਤੋੜ ਕੇ ਰੱਖੋ, ਅਲੱਗ-ਅਲੱਗ ਬੰਦਿਆਂ ਤੇ ਇਹਨਾਂ ਦਾ ਕਰੋ। ਪਰ ਜਦੋਂ ਇਹਨਾਂ ਦੇ ਅਗੇਂਸਟ ਆਪਾਂ ਚੱਲਣ ਲੱਗੇ, ਅੱਜ ਤਕਰੀਬਨ 100 ਦਿਨ ਤੋਂ ਉੱਪਰ ਹੋ ਗਏ ਜੀ ਜਦੋਂ ਅਸੀਂ ਸੰਘਰਸ਼ ਵਿੱਢਿਆ ਸੀਗਾ।
ਟੋਲ ਪਲਾਜ਼ਿਆਂ ਤੋਂ ਲੈ ਕੇ ਅੱਜ ਇੱਥੋਂ ਤੱਕ ਪਹੁੰਚੇ ਹੈ, ਤਾਂ ਹਰ ਵਰਗ ਦਾ ਬੰਦਾ ਇਹਦੇ ਨਾਲ ਹੁਣ ਜੁੜ ਚੁੱਕਿਆ ਹੈ। ਤਾਂ ਮੈਂ ਉਹਨਾਂ ਨੂੰ ਅਪੀਲ ਵੀ ਕਰਨਾ ਚਾਹੁੰਦਾ ਵੀ ਇਹਦੇ ਨਾਲ ਹੋਰ ਜੁੜੋ। ਫਿਰ ਇੱਕ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਐਸੈਂਸ਼ੀਅਲ ਕਮੋਡਿਟੀਜ਼ ਲਾਅ ਹੈ, ਉਹ ਇਹ ਕਹਿ ਰਹੇ ਆ ਵੀ ਫਾਰਮਰ ਉਹਦੇ ਤੇ ਰੌਲਾ ਕਿਉਂ ਪਾ ਰਿਹਾ। ਫਾਰਮਰ ਆਪਦੇ ਲਈ ਰੌਲਾ ਨਹੀਂ ਪਾ ਰਿਹਾ, ਉਹਦੇ ਤੇ ਫਾਰਮਰ ਰੌਲਾ ਪਾ ਰਿਹਾ ਉਹਦੇ ਤੇ ਅਰਬਨ ਕੰਜ਼ਿਊਮਰ ਲਈ, ਬਿਕਾਜ਼ ਅਰਬਨ ਕੰਜ਼ਿਊਮਰ ਇਜ਼ ਮੋਸਟ ਅਫੈਕਟਡ ਬਾਈ ਐਸੈਂਸ਼ੀਅਲ ਕਮੋਡਿਟੀਜ਼ ਲਾਅ। ਕਿਉਂ ਹੈ? ਰੀਜ਼ਨ ਦੱਸਦਾ, ਐਗਜ਼ਾਮਪਲ ਦੱਸਦਾ। ਜਦੋਂ ਕਿਤੇ ਫਾਰਮਰ ਨੇ, ਜੇ ਮੈਂ ਕਣਕ ਉਗਾਈ ਜਾਂ ਮੈਂ ਦਾਲਾਂ ਉਗਾਉਣਾ, ਤਾਂ ਮੈਂ 1 ਸਾਲ ਦੀ ਆਪਦੀ ਡਰਮਾਂ 'ਚ ਭਰ ਲੈਣਾ ਜਾਂ 6 ਮਹੀਨਿਆਂ ਦੀ, ਤੇ ਮੇਰੇ ਕਿੱਤੇ ਨਾਲ ਜਿਹੜੇ ਰਿਲੇਟਡ ਬੰਦੇ, ਮੇਰੇ ਪਿੰਡ ਦੇ ਬੰਦੇ ਆ, ਉਹ ਵੀ ਉਹ ਲੈ ਸਕਦੇ ਮੇਰੇ ਤੋਂ। ਉਹ ਕਹਿਣਗੇ ਵੀ ਇਸ ਰੇਟ ਆ ਜੀ, ਤੁਸੀਂ ਸਾਡੇ ਤੋਂ ਲੈ ਲਓ, ਅਸੀਂ ਵੀ ਉਹਨਾਂ ਨੂੰ ਦੇ ਕੇ ਰਾਜੀ ਹਾਂ। ਪਰ 75% ਇਹਦਾ ਇੰਪੈਕਟ ਆਉਂਦਾ ਅਰਬਨ ਕੰਜ਼ਿਊਮਰ ਤੇ, ਕਿਉਂਕਿ ਅਰਬਨ ਕੰਜ਼ਿਊਮਰ ਹੀ ਹੈ ਜਿਹੜਾ ਟੋਟਲੀ ਡਿਪੈਂਡੈਂਟ ਹੈ ਰਿਟੇਲਰ ਤੇ, ਜਿਹੜਾ ਹਮੇਸ਼ਾ ਪੈਕਡ ਲੈਂਦਾ, ਦਾਲਾਂ ਵੀ ਪੈਕਡ ਲੈਂਦਾ, ਆਟਾ ਵੀ ਪੈਕਡ ਲੈਂਦਾ, ਮਤਲਬ ਹੋਰ ਵੀ ਮਿਰਚ ਮਸਾਲੇ ਵੀ ਉਹ ਪੈਕਡ, ਉਹਨੇ ਉੱਥੇ ਜਾਣਾ ਮਾਲ ਤੇ ਜਾਣਾ ਤਾਂ ਉੱਥੋਂ ਬਾਏ ਕਰਕੇ ਲੈ ਕੇ ਆਉਣਾ। ਤਾਂ ਜਦੋਂ ਇਹ ਸਟੋਰ ਕਰਨਗੇ, ਜਿਵੇਂ ਜਿਵੇਂ ਇਹਨਾਂ ਨੂੰ ਲੱਗਿਆ ਕਿ ਹੁਣ ਜਦੋਂ ਡਿਮਾਂਡ ਵੱਧ ਗਈ ਹੈ ਤਾਂ ਕਿਉਂ ਨਾ ਅਸੀਂ ਇਹਦਾ ਪ੍ਰਾਈਸ ਇਨਕਰੀਜ਼ ਕਰੀਏ, ਤਾਂ ਉਹਦੇ ਤੇ ਕਿਸੇ ਨੇ ਕੰਟਰੋਲ ਨਹੀਂ ਕਰਨਾ। ਸੋ ਜਿੰਨਾ ਅਰਬਨ ਕੰਜ਼ਿਊਮਰ ਆ, ਪਲੀਜ਼ ਇਹਨੂੰ ਅੰਡਰਸਟੈਂਡ ਕਰੋ ਵੀ ਇਹ ਹਰ ਬੰਦੇ ਨੂੰ ਇੰਪੈਕਟ ਕਰ ਰਿਹਾ, ਇਹ ਇਕੱਲੇ ਫਾਰਮਰ ਨੂੰ ਇੰਪੈਕਟ ਨਹੀਂ ਕਰ ਰਿਹਾ। ਇਹਦੇ ਨਾਲ ਤੁਹਾਨੂੰ ਅਗਲੀ ਗੱਲ ਜਿਹੜੀ ਮੈਂ ਦੱਸਣਾ ਚਾਹੁੰਦਾ ਕਿ ਕਿਵੇਂ ਉਹ ਕਹਿੰਦੇ ਵੀ ਅਸੀਂ ਹੋਰ ਇਹਦੇ ਵਿੱਚ ਜ਼ਿਆਦਾ ਇਨਕਮ ਕਿਵੇਂ ਲੈਣਗੇ ਵੱਡੇ ਕਾਰਪੋਰੇਟ। ਉਹਨਾਂ ਕੋਲੇ ਇੰਨਾ ਜ਼ਿਆਦਾ ਫਾਈਨਾਂਸ ਈਜ਼ੀਲੀ ਅਵੇਲੇਬਲ ਹੁੰਦੇ ਆ, ਉਹਨਾਂ ਨੇ ਬੈਂਕਸ ਤੋਂ ਫਾਈਨਾਂਸ ਲੈ ਲੈਣੇ ਆ, ਉਹਨਾਂ ਨੇ ਨਵੀਂ ਟੈਕਨੋਲੋਜੀ ਲੈ ਕੇ ਆਉਣੀ ਹੈ, ਨਵੀਂ ਟੈਕਨੋਲੋਜੀ ਲਿਆ ਕੇ, ਨਵੇਂ ਸੀਡਸ ਲਿਆ ਕੇ, ਉਹਨਾਂ ਨੇ ਆਪਦੀ ਮਤਲਬ ਕਿ ਜਿਹੜੀ ਹਾਰਵੈਸਟ ਹੈ, ਜਿਹੜੀ ਯੀਲਡ ਹੈ, ਉਹ ਵਧਾ ਲੈਣੀ ਹੈ। ਉਹ ਵਧਾ ਕੇ ਉਹਨਾਂ ਨੇ ਇੱਕ ਆਫ ਦਾ ਰੈਕਡ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕੁਝ ਮੇਰੀ ਪਿਛਲੇ ਦਿਨਾਂ 'ਚ ਮੁਲਾਕਾਤ ਹੋਈ, ਕੋਈ ਸਾਇੰਟਿਸਟ ਸੀ, ਆਈ ਕਾਂਟ ਨੇਮ them ਐਂਡ ਆਈ ਕਾਂਟ ਨੇਮ ਦੀ ਕੈਮੀਕਲ ਦੇ ਟੋਲਡ ਮੀ। ਇਹੋ ਜਿਹੇ ਕੈਮੀਕਲ ਹੈਗੇ ਜੀ ਅਵੇਲੇਬਲ ਮਾਰਕੀਟ ਤੇ ਐਟ ਵੈਰੀ ਲੋ ਪ੍ਰਾਈਸ, ਜਿਹੜੇ ਕਿ ਜਦੋਂ ਕੰਟਰੈਕਟ ਫਾਰਮਿੰਗ ਹੋਊਗੀ, ਜੇ ਮੈਂ ਕਿਸੇ ਨਾਲ ਕੰਟਰੈਕਟ ਕਰਦਾ 3 ਸਾਲ ਦਾ, 1000 ਏਕੜ ਦਾ ਮੇਰਾ ਕੰਟਰੈਕਟ ਹੈ, ਮੈਂ ਇਹੋ ਜਿਹੇ ਕੈਮੀਕਲ ਅਵੇਲੇਬਲ ਹੈ ਜੀ, ਮੈਂ ਜਦੋਂ ਉਹ ਕੈਮੀਕਲ ਯੂਜ਼ ਕਰੂੰਗਾ ਤਾਂ ਜਿਹੜਾ ਮੇਰਾ ਆਊਟਪੁੱਟ ਹੈ ਕ੍ਰੌਪ ਦੀ, ਉਹ ਆਲਮੋਸਟ 1.5 ਗੁਣਾ ਹੋ ਜੂਗੀ। ਪਰ ਉਹਦਾ ਇੰਪੈਕਟ ਕੀ ਆਊਗਾ? ਉਹਦਾ ਇੰਪੈਕਟ ਇਹ ਆਊਗਾ ਵੀ ਜਿਹੜੀ ਆਪਣੀ ਫਰਟਾਈਲ ਲੈਂਡ ਹੈ ਉਹ ਡੀਫਰਟਾਈਲ ਹੋ ਜੂਗੀ, ਸਲੋ ਬਾਈ ਸਲੋ, ਉਹ ਡੀਗ੍ਰੇਡ ਹੋ ਜੂਗੀ। 3 ਸਾਲ ਦਾ ਉਹਨਾਂ ਨੇ ਕੰਟਰੈਕਟ ਕੀਤਾ, ਆਪਾਂ ਨੂੰ ਇੱਕ ਵਾਰੀ ਲੱਗੂਗਾ ਵੀ 70,000 ਠੇਕਾ ਮਿਲਦਾ ਜਾਂ ਮੈਨੂੰ ਲੱਖ ਰੁਪਇਆ ਠੇਕਾ ਮਿਲਦਾ, ਮੈਂ ਕਿਉਂ ਨਾ ਇਹਨਾਂ ਨੂੰ ਦੇਵਾਂ। ਕਿਸਾਨ ਆਪੇ ਖਿੱਚਿਆ ਜਾਊਗਾ, ਕਿਉਂਕਿ ਆਪਣੀ ਇਨਕਮ ਇੰਨੀ ਨਹੀਂ ਹੈਗੀ ਅੱਜ ਦੇ ਟਾਈਮ। ਆਪਣੇ ਰਿਫਾਰਮਸ ਜਿੱਥੇ ਚਾਹੀਦੀਆਂ ਸੀ ਉੱਥੇ ਆਪਣੇ ਤੇ ਕਾਲੇ ਬਿੱਲ ਥੋਪੇ ਗਏ, ਆਪਣੇ ਤੇ ਇੰਨੀ ਇਨਕਮ ਨਹੀਂ ਆਪਣੀ ਫਾਰਮਿੰਗ ਦੀ। ਤਾਂ ਹੌਲੀ ਹੌਲੀ ਆਪਣੀ ਜ਼ਮੀਨ ਡੀਗ੍ਰੇਡ ਹੋਊਗੀ, ਜ਼ਮੀਨ ਬੰਜਰ ਹੋ ਜੂਗੀ ਅਗਲੇ ਕਮਿੰਗ ਡੇਜ਼ 'ਚ, ਜਦੋਂ ਕੰਟਰੈਕਟ ਫਾਰਮਿੰਗ। ਉਸ ਤੋਂ ਬਾਅਦ ਉਹਨਾਂ ਨੇ ਕਹਿਣਾ ਵੀ ਅਸੀਂ ਤੁਹਾਡੇ ਨਾਲ ਕੰਟਰੈਕਟ ਕੀਤਾ ਸੀਗਾ, ਅਸੀਂ ਛੱਡ ਕੇ ਚੱਲੇ ਹਾਂ, 3 ਸਾਲ ਦਾ ਕੰਟਰੈਕਟ ਸੀ, ਤੁਸੀਂ ਆਪਦੀ ਫਸਲ ਆਪ ਬੀਜ ਲਓ। ਜਦੋਂ ਆਪਾਂ ਆਪ ਬੀਜਣ ਲੱਗਾਂਗੇ, ਆਪਣੇ ਤੋਂ ਉਹ ਪਹਿਲਾਂ ਵਾਲੀ ਉਪਜਾਊ ਨਹੀਂ ਰਹਿਣੀ ਜ਼ਮੀਨ, ਕਿੰਨੀ ਮਰਜ਼ੀ ਕੋਸ਼ਿਸ਼ ਕਰ ਲਿਓ। ਇਹ ਗੱਲ 100% ਸੱਚ ਹੈ ਤੇ ਬਿਲਕੁਲ ਕਲੀਅਰ ਹੈ। ਇਹਦੀਆਂ ਐਗਜ਼ਾਮਪਲਸ ਵੀ ਬਹੁਤ ਹੈ ਜਿਹੜੀਆਂ ਮੈਂ ਤੁਹਾਨੂੰ ਫਰਦਰ ਦੇ ਸਕਦਾ। 1965-66 ਦੇ ਵਿੱਚ ਕੀ ਹੋਇਆ, ਜਦੋਂ ਇਹਨਾਂ ਨੇ ਕਿਹਾ ਵੀ ਤੁਸੀਂ ਜਿਹੜਾ ਆਪਣੇ ਗਰੋਥ ਵਧਾਈਏ, ਆਪਾਂ ਨੂੰ ਪੈਡੀ ਦੀ ਰਿਕੁਆਇਰਮੈਂਟ ਹੈ, ਇਹਦੇ 'ਚ ਜ਼ਿਆਦਾ ਗਰੋਥ ਕਰੀਏ, ਜਾਂ ਵੀਡ ਦੀ ਜ਼ਿਆਦਾ ਰਿਕੁਆਇਰਮੈਂਟ ਹੈ, ਇਹਦੀ ਕਰੀਏ। ਉਦੋਂ ਰਸ਼ੀਆ ਤੋਂ ਸੀਡ ਆਇਆ, ਤਾਂ ਉਹਦੇ ਵਿੱਚ ਨਾਲ ਉਹਦੇ ਕੀ ਆਇਆ, ਕਿਉਂਕਿ ਬਿਕਾਜ਼ ਉਹਨੂੰ ਕੁਆਰੰਟਾਈਨ ਨਹੀਂ ਕੀਤਾ ਸੀਡ ਨੂੰ, ਸਿੱਧਾ ਮਾਰਕੀਟ ਦੇ ਵਿੱਚ ਆ ਗਿਆ, ਸਿੱਧਾ ਫਾਰਮਰ ਕੋਲੇ ਪਹੁੰਚ ਗਿਆ, ਫਾਰਮਰ ਨੂੰ ਗਰੋ ਕਰਨਾ ਪਿਆ। ਨਾ ਕੁਆਰੰਟਾਈਨ ਹੋਣ ਦੇ ਬਾਅਦ ਉਹਦੇ ਰਿਜ਼ਲਟ ਕੀ ਹੈ, ਅੱਜ ਤੱਕ ਗੁੱਲੀ ਡੰਡਾ ਤੇ ਬਾਥੂ ਆਪਣੀ ਕਣਕ ਦੇ ਵਿੱਚ ਹੈ। ਜੇ ਕਿਤੇ ਉਹ ਸੀਡ ਕੁਆਰੰਟਾਈਨ ਹੁੰਦਾ, ਇਹ ਸੇਮ ਇੰਪੈਕਟ ਇਹਦੇ ਆਉਣੇ ਹੈ। ਜਿਹੜਾ ਇਹ ਸੀਡ ਕਹਿਣਗੇ ਉਹ ਆਪਾਂ ਨੂੰ ਗਰੋ ਕਰਨਾ ਪੈਣਾ, ਉਹ ਇਹ ਆਪਦੀ ਮਰਜ਼ੀ ਨਾਲ ਸੀਡ ਦੇਣਗੇ, ਮਰਜ਼ੀ ਨਾਲ ਫਰਟੀਲਾਈਜ਼ਰ ਦੇਣਗੇ, ਮਰਜ਼ੀ ਨਾਲ ਸਾਰਾ ਕੁਝ ਦੇਣਗੇ। ਜਦੋਂ ਆਪਾਂ ਉਹਨੂੰ ਗਰੋ ਕਰਾਂਗੇ, ਉਹਦੀ ਆਊਟਪੁੱਟ ਤਾਂ ਜਿਹੜੀ ਆਉਣੀ ਹੈ ਉਹ ਇਹਨਾਂ ਨੇ ਲੈ ਜਾਣੀ ਹੈ। ਉਦੋਂ ਜਿਹੜੇ ਆਫਟਰ ਇਫੈਕਟਸ ਹੈ ਉਹ ਆਪਾਂ ਨੂੰ ਫੇਸ ਕਰਨੇ ਪੈਣੇ ਆ। ਜਦੋਂ ਆਪਣੀਆਂ ਜ਼ਮੀਨਾਂ ਬੰਜਰ ਹੋ ਗਈਆਂ ਤਾਂ ਆਪਾਂ ਮਜਬੂਰ ਹੋ ਜਾਾਂਗੇ, ਕਿਸਾਨ ਮਜਬੂਰ ਹੋ ਜਾਊਗਾ ਇਹਨਾਂ ਨੂੰ ਦੋਵੇਂ ਹੱਥੀ ਇੱਕ ਪਰੋਸ ਕੇ ਜ਼ਮੀਨ ਦੇਣ ਵਾਸਤੇ। ਸੋ ਇਸੇ ਲਈ ਅਸੀਂ ਇੱਥੇ ਬੈਠੇ ਹਾਂ। ਅਸੀਂ ਇਕੱਲੇ ਆਪਦੇ ਲਈ ਨਹੀਂ ਬੈਠੇ, ਅਸੀਂ ਉਸ ਹਰ ਵਰਗ ਲਈ ਬੈਠੇ ਹਾਂ ਜਿਹੜਾ ਕਿਸਾਨੀ ਨਾਲ ਜੁੜਿਆ ਹੋਇਆ ਹੈ।
क्योंकि किसानी एक ला लो भी अपने इस ढांचे की रीढ़ की हड्डी है। जे रीढ़ की हड्डी टुटदी है ना तो सारा ढांचा, तुसी एक गल देखो, जे रीढ़ की हड्डी टुट जे किसी की तो वह बैड ते पै जांदा है, वह अपाहिज हो जाता सारी उम्र लई। ये वो करना चाहुंदे जो अपना ढांचा तोड़नगे तो आपां सारे इन्हां दे गुलाम बन जाएंगे। आपां कल्ले किसान नहीं इत्थे काम करूगा, हर छोटा दुकानदार भी इन्हां दे काम करूगा, हर जिहड़ा तुसी ला लो भी रेह स्प्रे वाला भी इन्हां कोल काम करूगा, ट्रैक्टर ट्राली वाला भी इन्हां दे अंडर काम करूगा, जो जिहड़ा ट्रांसपोर्टर कहंदा आपदे आप नूं वो भी इन्हां कोले काम करूगा, जिहड़ा आपदे आप नूं होलसेलर कहंदा अज दी डेट 'च होलसेलर भी नहीं रहना, वो भी इन्हां दे अंडर काम करूगा, रिटेलर भी नहीं रहना कदे भी। ये होऊगा देखो जिहड़ियां छोटियां करियाने वालियां दुकानां नाल इहदे वड्डे मॉल खुल्लणगे, वड्डियां स्टोर खुल्लणगे। फॉर एग्जाम्पल कोई भी स्टोर खुल्लिया किसी ग्रुप का, जो खुलूगा इन्होंने इनिशियली की करना, उन्होंने जिमें इन्होंने APMC खत्म करने पैरेलल मंडी चलाई है, इन्होंने सेम थोड़े नाल करना। उस तो बाद मेरे वीर इन्होंने थोड़ी दुकानदारी छोटी करियाने वाली खत्म करने लई इन्होंने वड्डे स्टोर खोल के वड्डे स्टोरां ते 6 महीने साल लई ਇਹੋ ਜਿਹੇ प्राइस देने हैं। दालों के भी आप सोच भी नहीं सकते, क्योंकि इन्होंने की करना है, इन्होंने मार्केट चो कंपीटीशन खत्म करना है। जो किन्ना कि चिर छोटा दुकानदार सर्वाइव कर लूगा, वो हर महीने की इनकम नाल आपदा परिवार चला रहा, ਉਹਦੇ ਵਿੱਚ ही इनपुट कर रहा, ਉਹਦੇ ਵਿੱਚੋਂ ही आउटपुट ਕੱਢ के आपदा सारा रोटी पानी चला रहा। जो 6 महीने ਉਹਦੇ ਕੋਲੇ ਗਾਹਕ घट गया तो एंड ऑफ द डे ਉਹਨੂੰ भी दुकान क्लोज करनी पऊगी। सो यही गुजारिश है ਤੁਹਾਡੇ सारे अगे कि आप एकजुट होके ये बिलों नूं समझो। जिन्ने मेरे वीर NRI वीर बैठे है जां कोई भी होर वीर है जिहड़ा एजुकेटेड है, वो आपदे नेड़े तेड़े घरां विच जावे, दुकानदारां च जावे, जे किसी दुकान ते बैठे तो उन्हां नूं एजुकेट करे कि ये बिल कल्ले फार्मर नूं नहीं मारूगा, ये हर वर्ग नूं मारूगा। वो किसी भी सिटी च बैठा है, बेशक वो ये नहीं भी पंजाब दा ही है, वो दिल्ली वाले नूं भी मारूगा, वो बैंगलोर वाले नूं भी मारूगा। डिमांड सप्लाई बहुत वड्डा एक एग्जाम्पल है। जिमें जिमें एग्रीकल्चर इज दी ओनली थिंग जिहदे विच डिमांड कदे खत्म नहीं हो सकती। इन्हां जिमें जिमें अपना प्रोड्यूस आउंदा है, इहदी डिमांड उवें आउंदी है, क्योंकि हर जिहड़ा छोटा फैमिली है, स्मॉल फैमिलीज है ना, उन्होंने हर हफ्ते का राशन लैके आना या 15 दिन का राशन लैके आना। तो जिमें इन्हों लगूगा कि डिमांड हुण वध रही है तो इन्होंने सप्लाई घटाउण लग जाना है। जो सप्लाई घटूगी आप कहांगे सानू मिल नहीं रहा, तो नाल ही इन्होंने स्टोर दूसरा खोल के उहदे ते कहना भी इत्थों लै लो, इहदे ते मिल रहा, पर वो प्राइजेस बहुत डिफरेंट होणगे। सो रिक्वेस्ट है सारिਆਂ ਨੂੰ ਇਹਨੂੰ ਆਪਾਂ अंडरस्टैंड करिए ताकि आप जिन्ना लोगों को जागरूक कर सकीए। ਜਿਹੜੇ भी वीर मेरे एजुकेटेड है वो घर घर जाके हर दुकान ते जाओ, हर मुहल्ले च जाओ। ये नहीं गा भी तुसी सोच रहे हैं भी थोड़े ते इंपैक्ट नहीं आऊगा, अज नहीं तो कल हर बंदे नूं इस बिल ने इंपैक्ट करना। सत श्री अकाल जी, थैंक यू सो मच।